ਹੈਲੋ ਫਰੈਂਡਸ, ਵੈਲਕਮ ਟੂ ਮਾਈ ਨੈਕਸਟ ਵੀਡੀਓ। ਇਸ ਵੀਡੀਓ ਵਿੱਚ ਅਸੀਂ ਕਰ ਰਹੇ ਹਾਂ ਐਸਟੀ ਕਾਲਰੇਜ ਐਜ਼ ਅ ਰੋਮਾਂਟਿਕ ਪੋਇਟ। ਸਾਨੂੰ ਕਲੀਅਰ ਹੀ ਹੈ ਕਿ ਐਸਟੀ ਕਾਲਰੇਜ ਤੇ ਇਹਦਾ ਜੋ ਫਰੈਂਡ ਸੀ ਵਿਲੀਅਮ ਵਰਡਸਵਰਥ ਨੇ 1798 ਤੋਂ ਰੋਮਾਂਟਿਕ ਪੀਰੀਅਡ ਦੀ ਸ਼ੁਰੂਆਤ ਕਰੀ ਸੀ। ਦੋਨਾਂ ਨੇ ਰਲ ਮਿਲ ਕੇ ਇੱਕ ਵੋਲਿਊਮ ਜੋ ਇੱਕ ਕਲੈਕਸ਼ਨ ਆਫ ਪੋਇਮ ਪਬਲਿਸ਼ ਕਰੀ ਸੀ 1798 ਦੇ ਵਿੱਚ, ਜਿਹਦੇ ਵਿੱਚ ਰਾਈਮ ਆਫ ਐਂਸ਼ੀਐਂਟ ਮੈਰੀਨਰ ਵੀ ਇੱਕ ਪੋਇਮ ਉਸ ਸਮੇਂ ਉਹਨਾਂ ਨੇ ਸ਼ਾਮਲ ਕਰੀ ਸੀ। ਵਰਡਸਵਰਥ ਵੱਲੋਂ ਲਿਰਿਕਲ ਵੈਲਿਡ ਸੀ। ਉਸ ਟਾਈਮ ਤੋਂ ਹੀ ਰੋਮਾਂਟਿਕ ਪੀਰੀਅਡ ਦੀ ਸ਼ੁਰੂਆਤ ਹੋਈ ਮੰਨੀ ਜਾਂਦੀ ਹੈ। ਤਾਂ ਸਾਨੂੰ ਕਲੀਅਰ ਹੈ ਕਿ ਐਸਟੀ ਕਾਲਰੇਜ ਇੱਕ ਰੋਮਾਂਟਿਕ ਪੋਇਟ ਹੈ। ਰੋਮਾਂਟਿਕ ਮੂਵਮੈਂਟ ਬਾਰੇ ਜਾਣਨਾ ਜਾਂ ਰੋਮਾਂਟਿਕ ਏਜ ਬਾਰੇ ਜਾਣਨਾ ਹੈ ਅਤੇ ਇੱਕ ਕਾਫੀ ਪੁਰਾਣੀ ਵੀਡੀਓ ਵੀ ਚੈਨਲ ਉੱਪਰ ਪਈ ਹੈ ਰੋਮਾਂਟਿਕ ਪੀਰੀਅਡ ਦੇ ਉੱਪਰ, ਉਹ ਵੀ ਤੁਸੀਂ ਵੇਖ ਸਕਦੇ ਹੋ, ਹੈਲਪ ਲੈ ਸਕਦੇ ਹੋ। ਨਾਲ ਹੀ ਰਿਕਵੈਸਟ ਹੈ ਕਿ ਜੇ ਚੈਨਲ 'ਤੇ ਨਵੇਂ ਆਏ ਹੋ ਮੇਰੇ ਚੈਨਲ ਨੂੰ ਸ਼ੇਅਰ ਕਰਿਓ, ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਐਂਡ 'ਤੇ ਕਮੈਂਟ ਜ਼ਰੂਰ ਕਰਨਾ ਕਿ ਵੀਡੀਓ ਕਿੱਦਾਂ ਦੀ ਲੱਗੀ। ਐਸਟੀ ਕਾਲਰੇਜ 1772 to 1834 was one of the most influential figures of the English Romantic movement। ਇੰਗਲਿਸ਼ ਰੋਮਾਂਟਿਕ ਮੂਵਮੈਂਟ ਦੀਆਂ ਜਿੰਨੀਆਂ ਵੀ ਫਿਗਰਸ ਨੇ, ਮੀਨਸ ਜਿੰਨੇ ਵੀ ਰਾਈਟਰਸ ਜਿਨ੍ਹਾਂ ਵਿੱਚੋਂ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਪੋਇਟ ਫਿਗਰ ਇਹ ਰਹੇ ਨੇ, ਅਲੋਂਗਸਾਈਡ ਹਿਜ਼ ਕਲੋਜ਼ ਫਰੈਂਡ ਐਂਡ ਕੋਲੈਬੋਰੇਟਰ ਵਿਲੀਅਮ ਵਰਡਸਵਰਥ, ਆਪਣੇ ਫਰੈਂਡ ਕੋਲੈਬੋਰੇਟਰ ਵਿਲੀਅਮ ਵਰਡਸਵਰਥ ਦੇ ਨਾਲ। ਵਾਈਲ ਵਰਡਸਵਰਥ ਪੋਇਟਰੀ ਐਂਪੈਸਾਈਜ਼ਡ ਨੇਚਰ, ਭਾਵੇਂ ਕਿ ਵਰਡਸਵਰਥ ਦੀ ਜੋ ਪੋਇਟਰੀ ਹੈ ਨੇਚਰ 'ਤੇ ਐਂਫੈਸਾਈਜ਼ ਕਰਦੀ ਹੈ, ਸਿੰਪਲਿਸਿਟੀ ਹੈ ਐਂਡ ਕਾਮਨ ਮੈਨ, ਕਿਉਂਕਿ ਵਰਡਸਵਰਥ ਨੇ ਜੋ ਲਿਖਿਆ ਹੈ ਨੇਚਰ ਦੇ ਉੱਪਰ ਜਾਂ ਕਾਮਨ ਮੈਨ, ਸਿੰਪਲਿਸਿਟੀ ਨੂੰ ਧਿਆਨ ਵਿੱਚ ਰੱਖ ਕੇ ਲਿਖਿਆ। ਕਾਲਰੇਜ ਬ੍ਰੌਟ ਅ ਯੂਨੀਕ ਫਿਲੋਸਫੀਕਲ ਡੈਪਥ ਐਂਡ ਇਮੈਜੀਨੇਟਿਵ ਰਿਚਨੈਸ ਟੂ ਰੋਮੈਂਟਿਸਿਜ਼ਮ। ਪਰ ਐਸਟੀ ਕਾਲਰੇਜ ਨੇ ਰੋਮੈਂਟਿਕ ਮੂਵਮੈਂਟ ਦੇ ਵਿੱਚ ਜਾਂ ਰੋਮੈਂਟਿਸਿਜ਼ਮ ਦੇ ਵਿੱਚ ਇੱਕ ਵੱਖਰੀ ਇਮੈਜੀਨੇਟਿਵ ਰਿਚਨੈਸ ਅਤੇ ਫਿਲੋਸਫੀਕਲ ਡੈਪਥ ਐਡ ਕੀਤੀ ਹੈ। His contribution to the movement are defined by his exploration of supernatural, the power of imagination, and his deeply introspective and philosophical approach to poetry। ਉਹ ਜੋ ਕੁਝ ਵੱਖਰਾ ਕੀਤਾ ਹੈ ਰੋਮਾਂਟਿਕ ਮੂਵਮੈਂਟ ਦੇ ਲਈ ਜਾਂ ਆਪਣਾ ਕੰਟਰੀਬਿਊਸ਼ਨ ਪੇ ਕੀਤਾ ਹੈ ਐਸਟੀ ਕਾਲਰੇਜ ਨੇ, ਉਹ ਹੈ ਸੁਪਰਨੈਚੁਰਲ ਯੂਜ਼ ਕਰਨਾ, ਪਾਵਰ ਆਫ ਇਮੈਜੀਨੇਸ਼ਨ ਯੂਜ਼ ਕਰਨਾ, ਐਂਡ ਹਿਜ਼ ਡੀਪਲੀ ਇੰਟਰੋਸਪੈਕਟਿਵ ਐਂਡ ਫਿਲੋਸਫੀਕਲ ਅਪਰੋਚ ਟੂ ਪੋਇਟਰੀ। ਦੀ ਵਿਲੱਖਣ ਇੱਕ ਫਿਲੋਸਫੀਕਲ ਅਪਰੋਚ ਸੀ ਜੋ ਪੋਇਟਰੀ ਨੂੰ, ਉਹ ਵੀ ਕਾਫੀ ਰੋਲ ਪਲੇ ਕਰਦੀ ਹੈ। ਵਨ ਆਫ ਕਾਲਰੇਜ ਡਿਫਾਈਨਿੰਗ ਫੀਚਰਸ ਐਜ਼ ਅ ਰੋਮਾਂਟਿਕ ਪੋਇਟ ਇਜ਼ ਹਿਜ਼ ਐਮਫੈਸਿਸ ਔਨ ਇਮੈਜੀਨੇਸ਼ਨ। ਇੱਕ ਜੋ ਮੇਨ ਰੋਲ ਹੈ, ਜੋ ਮੇਨ ਫੀਚਰ ਹੈ ਰੋਮਾਂਟਿਕ ਪੋਇਟਰੀ ਦਾ ਐਸਟੀ ਕਾਲਰੇਜ ਦਾ, ਉਹ ਹੈ ਐਮਫੈਸਿਸ ਔਨ ਇਮੈਜੀਨੇਸ਼ਨ। ਫॉर हिम imagination was not merely a creative faculty but a divine power capable of shaping and understanding reality। ਐਸਟੀ ਕਾਲਰੇਜ ਲਈ ਜੋ ਇਮੈਜੀਨੇਸ਼ਨ ਹੈ, ਫॉर हिम imagination was not merely a creative faculty, ਕਿ ਇੱਕ ਕ੍ਰੀਏਟਿਵ ਫੈਕਲਟੀ ਨਹੀਂ ਹੈ ਕਿ ਕੁਝ ਕ੍ਰੀਏਟ ਕੀਤਾ ਹੈ ਜਾਂ ਕੁਝ ਇਮੈਜੀਨੇਸ਼ਨ ਕ੍ਰੀਏਟ ਕੀਤੀ ਅਤੇ ਪੋਇਟਰੀ ਲਿਖਤੀ, ਬਟ ਡਿਵਾਈਨ ਪਾਵਰ। ਪਰ ਅਸੀਂ ਕਹਿ ਸਕਦੇ ਹਾਂ ਕਿ ਕਾਲਰੇਜ ਲਈ ਇਹ ਇੱਕ ਡਿਵਾਈਨ ਪਾਵਰ ਮਿਲੀ ਹੈ, ਕੈਪੇਬਲ ਆਫ ਸ਼ੇਪਿੰਗ ਐਂਡ ਅੰਡਰਸਟੈਂਡਿੰਗ ਰਿਐਲਿਟੀ, ਜਿਹੜੀ ਰਿਐਲਿਟੀ ਨੂੰ ਸ਼ੇਪ ਵੀ ਕਰ ਸਕਦੀ ਹੈ ਅਤੇ ਸਮਝ ਵੀ ਸਕਦੀ ਹੈ। ਹੀ ਡਿਸਟਿੰਗੁਇਸ਼ਡ ਬਿਟਵੀਨ ਪ੍ਰਾਇਮਰੀ ਇਮੈਜੀਨੇਸ਼ਨ, ਕੁਝ ਵੱਖਰਾ ਕਰਦੇ ਆ, ਡਿਸਟਿੰਗੁਇਸ਼ ਕਰਦੇ ਆ ਬਿਟਵੀਨ ਪ੍ਰਾਇਮਰੀ ਇਮੈਜੀਨੇਸ਼ਨ ਵਿਚ ਹੀ ਸੌ ਐਜ਼ ਅ ਲਿਵਿੰਗ ਪਾਵਰ ਇਨ ਆਲ ਹਿਊਮਨਸ ਐਂਡ ਸੈਕੰਡਰੀ ਇਮੈਜੀਨੇਸ਼ਨ ਵਿਚ ਇਜ਼ ਆਰਟਿਸਟਿਕ ਐਂਡ ਪੋਇਟਿਕ ਫੈਕਲਟੀ। ਹਿਜ਼ conceptualization of imagination reflects romanticism's break from enlightenment rationalism and signals a shift toward valuing emotional and intuitive knowledge। ਅਸੀਂ ਜਾਣਦੇ ਹੀ ਹਾਂ ਕਿ ਜੋ ਰੋਮਾਂਟਿਕ ਮੂਵਮੈਂਟ ਤੋਂ ਪਹਿਲਾਂ ਦਾ ਸਮਾਂ ਸੀ ਉਹ ਰੈਸ਼ਨਲ ਤਰਕ ਦੇ ਉੱਪਰ ਆਧਾਰਿਤ ਸੀ, ਪਰ ਜੋ ਰੋਮਾਂਟਿਕ ਮੂਵਮੈਂਟ ਦੀ ਸ਼ੁਰੂਆਤ ਹੁੰਦੀ ਹੈ ਅਤੇ ਜੋ ਐਸਟੀ ਕਾਲਰੇਜ ਦੀ ਪੋਇਟਰੀ ਹੈ ਉਹ ਇੱਕ ਵੱਖਰਾ ਰੋਲ ਪਲੇ ਕਰਦੀ ਹੈ। ਬ੍ਰੇਕ ਫਰੋਮ ਇਨਲਾਈਟਮੈਂਟ ਰੈਸ਼ਨਲਿਜ਼ਮ, ਜੋ ਪਹਿਲਾਂ ਵਾਲੇ ਸਮੇਂ ਦਾ ਚੱਲ ਰਿਹਾ ਹਿਜ਼ ਪੋਇਮ ਕੁਬਲਾ ਖਾਨ ਐਗਜ਼ੈਂਪਲੀਫਾਈਜ਼ ਦਿਸ। ਉਹਦੀ ਜੋ ਪੋਇਮ ਹੈ ਕੁਬਲਾ ਖਾਨ ਐਗਜ਼ੈਂਪਲੀਫਾਈ ਕਰਦੀ ਸਾਰਾ ਕੁਝ, ਮੀਨਸ ਇੱਕ ਐਗਜ਼ਾਮਪਲ ਸੈੱਟ ਕਰਦੀ ਹੈ ਪੋਇਟ ਨੇ ਜੋ ਰੋਮਾਂਟਿਕ ਮੂਵਮੈਂਟ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਪੋਇਟਰੀ ਲਿਖੀ ਹੈ। The vivid and dreamlike images in the poem such as caverns measureless to man, ਕਿ ਇਹਦੇ ਵਿੱਚ ਜੋ ਕੈਵਨਸ ਸਮੁੰਦਰ ਦੀ ਸਾਗਰ ਦੀ ਗੱਲ ਹੁੰਦੀ ਹੈ ਕਿ
ਜਿਹਦੀ ਗਿਣਤੀ ਮਿਣਤੀ ਮਨੁੱਖ ਕਰ ਹੀ ਨਹੀਂ ਸਕਦਾ ਕਿ ਕਿੱਡਾ ਕੁ ਹੈ। ਇਹ ਇੱਕ ਸਾਗਰ ਦੀ ਗੱਲ ਹੋ ਰਹੀ ਹੈ ਜਿਹਦੇ ਵਿੱਚ ਉਹ ਐਲਫ ਨਾਮ ਦੀ ਨਦੀ ਡਿੱਗਦੀ ਹੈ। ਐਂਡ ਸਟੇਟਲੀ ਪਲੇਜ਼ਰ ਡੋਮ 'ਤੇ ਜੋ ਕੁਬਲਾ ਖਾਨ ਰਾਜੇ ਦਾ ਬਣਿਆ ਹੋਇਆ ਪਲੇਜ਼ਰ ਡੋਮ ਹੈ, ਸ਼ੋ ਕੇਸ ਹਾਊ ਕੋਲਰੇਜ ਯੂਜ਼ਡ ਇਮੈਜੀਨੇਸ਼ਨ ਟੂ ਕ੍ਰੀਏਟ ਅ ਮਿਸਟੀਕਲ ਅਦਰ ਵਰਲਡਲੀ ਐਕਸਪੀਰੀਅੰਸ। ਇਹ ਸ਼ੋਅ ਕਰਦਾ ਹੈ ਕਿ ਕਿਵੇਂ ਐਸਟੀ ਕੋਲਰੇਜ ਇੱਕ ਇਮੈਜੀਨੇਟਿਵ, ਰਹੱਸਮਈ, ਮਿਸਟੀਕਲ ਅਦਰ ਵਰਲਡਲੀ ਐਕਸਪੀਰੀਅੰਸ ਨੂੰ ਵੀ ਆਪਣੀ ਪੋਇਟਰੀ ਵਿੱਚ ਕਿੱਦਾਂ ਯੂਜ਼ ਕਰ ਸਕਦੇ ਆ, ਜਿਨ੍ਹਾਂ ਦਾ ਕੋਈ ਤਰਕ ਨਹੀਂ ਹੈ। ਜੋ ਇਹ ਤੋਂ ਪਹਿਲਾਂ ਵਾਲੀ ਮੂਵਮੈਂਟ ਚੱਲ ਰਹੀ ਸੀ ਰੋਮੈਂਟਿਕ ਮੂਵਮੈਂਟ ਤੋਂ, ਉਹ ਤਰਕ ਦੇ ਉੱਪਰ ਆਧਾਰਿਤ ਸੀ, ਪਰ ਜੋ ਰੋਮੈਂਟਿਕ ਮੂਵਮੈਂਟ ਹੈ, ਇਮੈਜੀਨੇਸ਼ਨ ਉਹਦਾ ਇੱਕ ਬੈਡਰੌਕ ਹੈ। ਇਮੈਜੀਨੇਸ਼ਨ, ਹਾਂਜੀ। ਅਨਦਰ ਹਾਲਮਾਰਕ ਆਫ ਕੋਲਰੇਜ ਰੋਮੈਂਟਿਸਿਜ਼ਮ is his exploration of the supernatural and the mysterious। ਜੋ ਦੂਜਾ ਹਾਲਮਾਰਕ ਹੈ ਮੇਨ ਐਸਟੀ ਕਾਲਰੇਜ ਨੇ ਰੋਮੈਂਟਿਕ ਮੂਵਮੈਂਟ ਨੂੰ ਡੀਲ ਕੀਤਾ ਹੈ, ਉਹ ਹੈ ਐਕਸਪਲੋਰੇਸ਼ਨ ਆਫ ਦਾ ਸੁਪਰਨੈਚੁਰਲ ਐਂਡ ਮਿਸਟੀਰੀਅਸ। ਸੁਪਰਨੈਚੁਰਲ ਐਲੀਮੈਂਟਸ ਯੂਜ਼ ਕੀਤੇ ਹੈ ਅਤੇ ਮਿਸਟਰੀਜ਼ ਨੂੰ ਯੂਜ਼ ਕੀਤਾ ਹੈ। ਇਨ ਕੰਟਰਾਸਟ ਟੂ ਵਰਡਸਵਰਥ ਫੋਕਸ ਔਨ ਦਾ ਨੇਚਰ ਵਰਲਡ ਐਂਡ ਦਾ ਰੂਰਲ ਲਾਈਫ। ਵਰਡਸਵਰਥ ਨੇ ਵੀ ਰੋਮੈਂਟਿਕ ਮੂਵਮੈਂਟ ਬਾਰੇ ਲਿਖਿਆ, ਪਰ ਵਰਡਸਵਰਥ ਦਾ ਜੋ ਧਿਆਨ ਸੀ ਉਹ ਨੇਚਰ ਬਾਰੇ ਸੀ ਜਾਂ ਰੂਰਲ ਲਾਈਫ ਬਾਰੇ ਸੀ, ਪੇਂਡੂ ਲੋਕਾਂ ਦੀ ਜ਼ਿੰਦਗੀ ਬਾਰੇ ਸੀ। ਕੋਲਰੇਜ ਵੈਂਚਰਡ ਇਨਟੂ ਦਾ ਰੀਲਮਸ ਆਫ ਦਾ ਅਨਕੈਨੀ। ਹਿਜ਼ ਮਾਸਟਰਪੀਸ ਦਾ ਰਾਈਮ ਆਫ ਦਾ ਐਂਸ਼ੀਐਂਟ ਇਮੈਜਿਨਰ ਵੀਵਜ਼ ਅ ਹਾਂਟਿੰਗ ਟੇਲ ਆਫ ਸਿਨ, ਪਨਿਸ਼ਮੈਂਟ ਐਂਡ ਰਿਡੈਂਪਸ਼ਨ। ਉਹਦੀ ਜੋ ਪੋਇਮ ਹੈ ਰਾਈਮ ਆਫ ਦਾ ਐਂਸ਼ੀਐਂਟ ਇਮੈਜਿਨਰ, ਇੱਕ ਬੁਣਤੀ ਬੁਣਦੀ ਹੈ, ਇੱਕ ਹਾਂਟਿੰਗ ਮੀਨਜ਼ ਵਾਰ-ਵਾਰ ਯਾਦ ਆਉਂਦੀ ਟੇਲ ਹੈ ਜੀ, ਪਾਪ ਦੀ, ਸਿਨ ਦੀ, ਪਨਿਸ਼ਮੈਂਟ ਸਜ਼ਾ ਦੀ, ਬਾਅਦ ਵਿੱਚ ਪਛਤਾਵੇ ਦੀ। ਥਰੂ ਦਾ ਇਰੀ voice of the mariner, Coleridge proves question of guilt, human suffering and the natural and spiritual worlds in interconnectedness। ਕਿ ਇਸ ਪੋਇਮ ਦੇ ਵਿੱਚ ਜੋ ਕੁਝ ਵੀ ਵਾਪਰਿਆ, ਇੱਕ ਹਿਊਮਨ ਬੀਇੰਗ ਨੇ ਇੱਕ ਯਾਤਰਾ ਦੌਰਾਨ ਕੋਈ ਕ੍ਰਾਈਮ ਕੀਤਾ, ਕ੍ਰਾਈਮ ਦੇ ਦੌਰਾਨ ਉਹਨੂੰ ਸਜ਼ਾ ਮਿਲੀ ਅਤੇ ਬਾਅਦ ਵਿੱਚ ਜੋ ਉਹਦੀ ਸਪਿਰਚੁਅਲ ਚੇਂਜਸ ਆਉਂਦੀਆਂ ਨੇ ਜਾਂ ਸਪਿਰਚੁਅਲ ਵਰਲਡ ਦੇ ਵਿੱਚ ਉਹ ਜਾਂਦਾ, ਗੋਸਟਸ ਦਿਖਦੀਆਂ ਨੇ, ਉਹਦੀ ਆਤਮਾ ਦੇ ਵਿੱਚ ਚੇਂਜਸ ਆਉਂਦੀਆਂ ਨੇ, ਤਾਂ ਪੋਇਟ ਨੇ ਸਾਰਾ ਕੁਝ ਇੰਟਰਕਨੈਕਟਡਨੈਸ ਕੀਤਾ ਹੈ ਕਿ ਇਹ ਚੀਜ਼ਾਂ ਆਪਸ ਵਿੱਚ ਵੀ ਕਿਤੇ ਨਾ ਕਿਤੇ ਕਨੈਕਟਡ ਨੇ। ਦਾ ਸੁਪਰਨੈਚੁਰਲ ਐਲੀਮੈਂਟਸ, ਗੋਸਟ ਸ਼ਿਪਸ, ਸਪੈਕਟਰਲ ਵਿਜ਼ਨਸ ਐਂਡ ਸਪਿਰਚੁਅਲ ਫੋਰਸਿਸ ਆਰ ਨਾਟ ਸਿੰਪਲੀ ਫॉर ਇਫੈਕਟ। ਇਹ ਚੀਜ਼ਾਂ ਇਕੱਲੇ ਇਫੈਕਟ ਲਈ ਨਹੀਂ ਹੈ, ਦੇ ਰਿਫਲੈਕਟ ਡੀਪਰ ਮੋਰਲ ਐਗਜਿਸ਼ਨਲ ਕੰਸਰਨਸ, ਕਿ ਜੋ ਅੰਦਰੂਨੀ ਐਗਜਿਸਟ ਕਰਦੇ ਆ ਕੰਸਰਨਸ ਨੇ, ਡੀਪਰ ਮੋਰਲ, ਉਹ ਕਿਤੇ ਨਾ ਕਿਤੇ ਦੁਨੀਆ ਦੇ ਵਿੱਚ ਹੋਂਦ ਰੱਖਦੇ ਆ। ਪੋਇਟ ਉਹਨਾਂ ਨੂੰ ਵੀ ਇੱਕ ਜਗ੍ਹਾ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੀਜ਼ ਥੀਮਸ ਅਲਾਈਨ ਕਲੋਜ਼ਲੀ ਵਿਦ ਰੋਮੈਂਟਿਕ ਆਈਡੀਅਲਸ। ਇਹ ਥੀਮ ਨੇ ਜੋ ਰੋਮੈਂਟਿਕ ਆਈਡੀਅਲਸ ਦੇ ਨਾਲ ਕਲੋਜ਼ਲੀ ਅਲਾਈਨੇਟਡ ਨੇ, ਵਿਚ ਸ਼ਾਰਟ ਟੂ ਰਿਵੀਲ ਦਾ ਸਪਿਰਚੁਅਲ ਡਿਮੈਂਸ਼ਨਸ ਆਫ ਹਿਊਮਨ ਐਕਸਪੀਰੀਅੰਸ ਬਿਯੋਂਡ ਦਾ ਰੀਚ ਆਫ ਰੀਜ਼ਨ। ਕਿ ਜੋ ਹਿਊਮਨ ਐਕਸਪੀਰੀਅੰਸ ਨੇ ਕੁਝ ਕੁ ਵਿਜਨ ਦਾ ਰੀਜ਼ਨ ਨੇ, ਤਰਕ ਤੋਂ ਕੁਝ ਚੀਜ਼ਾਂ ਦੂਰ ਨੇ। ਕੋਲਰੇਜ ਆਲਸੋ ਐਮਬਰੇਸਡ ਦਾ ਰੋਮੈਂਟਿਕ ਆਈਡੀਅਲ ਆਫ ਅ ਡੀਪ ਕਨੈਕਸ਼ਨ ਬਿਟਵੀਨ ਮੈਨ ਐਂਡ ਨੇਚਰ। ਪੋਇਟ ਨੇ ਹਿਊਮਨ ਕਨੈਕਸ਼ਨ ਆ ਜਿਹੜਾ ਨੇਚਰ ਦਾ ਅਤੇ ਹਿਊਮਨ ਬੀਇੰਗ ਦਾ, ਉਹਨੂੰ ਵੀ ਕਿਤੇ ਨਾ ਕਿਤੇ ਡੀਪਲੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਆਲਦੋ ਲੈਸ ਪੈਸਟਰਲ ਦੈਨ ਵਰਡਸਵਰਥ, ਕੋਲਰੇਜ ਪੋਇਟਰੀ ਸਟਿਲ ਸ਼ੋਜ਼ ਅ ਰੈਵਰੈਂਸ for the natural world as a reflection of the divine। ਕੋਲਰੇਜ ਦੀ ਜੋ ਪੋਇਟਰੀ ਹੈ ਇੱਕ ਰੈਫਰੈਂਸ ਸ਼ੋ ਕਰਦੀ ਹੈ, ਕ੍ਰੀਏਟ ਕਰਦੀ ਹੈ ਫॉर द ਨੇਚੁਰਲ ਵਰਲਡ, ਨੇਚੁਰਲ ਵਰਲਡ ਦੇ ਲਈ, ਐਜ਼ ਅ ਰਿਫਲੈਕਸ਼ਨ ਆਫ ਦਾ ਡਿਵਾਈਨ। ਕਿ ਜੋ ਡਿਵਾਈਨ ਪਾਵਰ ਹੈ ਜਿਹਨੇ ਹਿਊਮਨ ਬੀਇੰਗ ਜਾਂ ਪੂਰੀ ਕਾਇਨਾਤ ਨੂੰ ਬਣਾਇਆ, ਉਹਦੀ ਰਿਫਲੈਕਸ਼ਨ ਝਲਕ ਰਹੀ ਹੈ। ਇਨ ਪੋਇਮ ਲਾਈਕ ਫਰੋਸਟ ਐਟ ਮਿਡਨਾਈਟ ਹੀ ਮੀਡੀਏਟਸ ਔਨ ਨੇਚਰਸ ਰੋਲ ਇਨ ਹਿਊਮਨ ਗਰੋਥ। ਉਹ ਜੋ ਨੇਚਰ ਦਾ ਰੋਲ ਹੈ ਹਿਊਮਨ ਗਰੋਥ ਦੇ ਉੱਪਰ, ਉਹਨੂੰ ਪੇਸ਼ ਕਰਦਾ ਹੈ। ਐਂਡ ਸਪਿਰਚੁਅਲ ਇਨਸਾਈਟ, ਦਾ ਕੁਆਇਟ introspective tone of this poem and its emphasis on solitude and personal memory are central romantic motifs। ਜਿਹੜੀ ਇਹ ਕੁਆਇਟ ਇੰਟਰੋਸਪੈਕਟਿਵ ਟੋਨ ਹੈ ਉਹਦੀ ਪੋਇਟਰੀ ਦੀ, ਪੋਇਮ ਲਿਖਣ ਦਾ ਜੋ ਸਟਾਈਲ ਹੈ, ਐਂਡ ਇਟਸ ਐਮਫੈਸਿਸ ਔਨ ਸੋਲੀਟਿਊਡ, ਇਹਦੇ ਵਿੱਚ ਸੋਲੀਟਿਊਡ ਦੇ ਉੱਪਰ ਜ਼ਿਆਦਾ ਐਮਫੈਸਿਸ ਦਿੱਤਾ ਗਿਆ, ਜ਼ੋਰ ਦਿੱਤਾ ਗਿਆ। ਐਂਡ ਪਰਸਨਲ ਮੈਮਰੀ, ਅਤੇ ਪਰਸਨਲ ਮੈਮਰੀ ਹੈ ਕਿ ਪੋਇਟ ਨੇ ਜੋ ਕਰੈਕਟਰ ਪੇਸ਼ ਕੀਤਾ ਹੈ, ਵਾਰ-ਵਾਰ ਉਹਦੇ ਵਿੱਚ ਜੋ ਪਰਸਨਲ ਮੈਮਰੀ ਦੀ ਗੱਲ ਹੁੰਦੀ ਹੈ। ਆਰ ਸੈਂਟਰ ਰੋਮੈਂਟਿਕ ਮੋਟਿਵਸ। ਹੀ ਲੌਂਗਸ ਫॉर ਹਿਜ਼ ਚਾਈਲਡ ਟੂ ਗਰੋ ਅਪ, ਉਹ ਚਾਹੁੰਦਾ ਕਿ ਉਹਦਾ ਚਾਈਲਡ ਆ ਜੋ ਬੱਚਾ ਉਹ ਗਰੋ ਅਪ ਹੋਵੇ, ਵੱਡਾ ਹੋਵੇ, ਕਲੋਜ਼ ਟੂ ਨੇਚਰ ਹੋਵੇ,
believing that such an upbringing fosters puri- purity and spiritual awareness. Believing that such an upbringing fosters purity ਕਿ ਇਹ ਚੀਜ਼ਾਂ ਨੇ ਜੋ ਪਿਓਰਿਟੀ ਨੂੰ ਤੇ ਸਪਿਰਚੁਅਲ ਅਵੇਅਰਨੈਸ ਨੂੰ ਵੀ ਜਗਾਉਂਦੀਆਂ ਨੇ philosophy and introspection are also integral to Coleridge's poetic identity philosophy ਤੇ introspection ਹੈ ਜੋ ਇਹ ਵੀ ਐਸ ਟੀ ਕਾਲਰੇਜ ਦੀ ਜੋ poetic identity ਹੈ ਉਹਦੀ ਪਹਿਚਾਣ ਦੇ ਨਾਲ ਸੰਬੰਧਿਤ ਨੇ He was deeply influenced by German philosophy ਇਹ ਜਰਮਨ philosophy ਤੋਂ ਕਾਫੀ ਪ੍ਰਭਾਵਿਤ ਰਿਹਾ particularly the works of Kant and Schelling He sought to integrate philosophical ideas into his poetry and criticism ਇਹਨਾਂ ਨੇ ਉਹ ਆਈਡੀਆਜ਼ ਨੂੰ ਵੀ ਆਪਣੀ ਪੋਇਟਰੀ ਦੇ ਵਿੱਚ ਆਪਣੀ philosophical ਆਈਡੀਆ ਨੂੰ ਵੀ ਤੇ criticism ਨੂੰ ਵੀ ਆਪਣੀ ਪੋਇਟਰੀ ਵਿੱਚ ਐਡ ਕਰਨ ਦੀ ਕੋਸ਼ਿਸ਼ ਕੀਤੀ ਹੈ His prose work Biographia Literaria combines literary criticism with metaphysical speculation offering one of the most significant Romantic era discussions of the poetic process. His prose work ਉਹਦੀ ਜੋ prose work ਹੈ Biographia Literaria ਕੰਬਾਈਨ ਕਰਦੇ ਆ literary criticism ਨੂੰ ਕਿਸ ਚੀਜ਼ ਦੇ ਨਾਲ metaphysical speculation ਦੇ ਨਾਲ ਆਫਰ ਕੀ ਕਰ ਰਹੇ ਆ offering one of the most significant Romantic era discussions of the poetic process ਜੋ poetic process ਹੈ ਉਸ era ਦਾ romantic era ਦਾ ਉਹ ਚੀਜ਼ਾਂ ਨੂੰ ਵੀ ਨਾਲ ਐਡ ਕਰਦੇ ਆ In his poem, this philosophical depth emerges through themes of individual struggle, the limits of human knowledge, and the search for truth. ਇਹ ਤੋਂ ਪਹਿਲਾਂ ਜੋ ਅਸੀਂ ਕੁਐਸਚਨ ਕੀਤਾ ਕਿ ਐਜ਼ ਅ ਫਿਲੋਸਫੀਕਲ ਪੋਇਟ ਕਾਫੀ ਚੀਜ਼ਾਂ ਦੋਨੋਂ ਕੁਐਸਚਨ ਦੀਆਂ ਮਿਲਦੀਆਂ ਨੇ ਪੋਇਟ ਦੀ ਜੋ ਇਹ ਵਾਲੀ ਕੁਆਲਿਟੀ ਹੈ ਇਨ ਹਿਜ਼ ਪੋਇਮ ਦਿਸ ਫਿਲੋਸਫੀਕਲ ਡੈਪਥ ਇਮਰਜ ਕਰਦੀ ਹੈ ਥਰੂ ਥੀਮਸ ਆਫ ਇੰਡੀਵਿਜੂਅਲ ਸਟਰਗਲ ਕਿ ਹਿਊਮਨ ਬੀਇੰਗ ਨੂੰ ਇੰਡੀਵਿਜੂਅਲੀ ਕਿੱਦਾਂ ਸਟਰਗਲ ਕਰਨੀਆਂ ਪੈਂਦੀਆਂ ਨੇ ਹਿਊਮਨ ਨੌਲੇਜ ਦੀ ਲਿਮਿਟਸ ਕਿੰਨੀ ਕੁ ਹੈ ਐਂਡ ਸਰਚ ਫॉर ਟਰੁਥ Moreover, Coleridge's personal struggles with illness, addiction, and alienation also found their way into his poetry. ਨਾਲ ਨਾਲ ਜੋ ਕੋਲਰਿਜ ਦੀਆਂ ਪਰਸਨਲ ਸਟਰਗਲਸ ਨੇ ਭਾਵੇਂ ਉਹਨਾਂ ਨੇ ਸਟਰਗਲ ਕੀਤੀ ਹੈ ਇਲਨੈਸ ਦੇ ਨਾਲ ਜਾਂ ਕੋਈ ਅਡਿਕਸ਼ਨ ਹੈ ਬੈਕ ਪੇਨ ਦੀ ਪ੍ਰੋਬਲਮ ਸੀ ਰਾਈਟਰ ਨੂੰ ਅਫੀਮ ਦੀ ਓਪੀਅਮ ਦੀ ਜੋ ਵੀ ਅਡਿਕਸ਼ਨ ਸੀ ਪੇਨ ਤੋਂ ਬਚਣ ਲਈ ਜਾਂ ਨਸ਼ਾ ਜੋ ਵੀ ਸੀ ਇਲਨੇਸ਼ਨ ਆਲਸੋ ਫਾਊਂਡ ਦੇਅਰ ਵੇ ਇਨਟੂ ਹਿਸ ਪੋਇਟਰੀ ਤੋਂ ਚੀਜ਼ਾਂ ਵੀ ਉਹਦੀ ਪੋਇਟਰੀ ਵਿੱਚ ਸ਼ਾਮਲ ਹੁੰਦੀਆਂ ਨੇ ਗਿਵਿੰਗ ਇਟ ਐਨ ਇਮੋਸ਼ਨਲ ਇੰਟੈਂਸਿਟੀ that resonate with the romantic ideal of the tortured sensitive artist ਜਿਹੜੀ ਉਹਨੂੰ ਇੱਕ sensitive artist ਹੋਣ ਦੇ ਨਾਲ ਨਾਲ tortured ਵੀ ਉਹ ਫੇਸ ਕਰਦੇ ਆ resonate ਕਰਦੇ ਆ this confessional quality evident in poems like dejection and ode reveals the inner turmoil and longing that were often part of romantic identity ਇਹ ਚੀਜ਼ਾਂ ਵੀ ਕਲੀਅਰ ਕਰਦੀਆਂ ਨੇ ਕਿ ਸਾਰਾ ਕੁਝ ਰੋਮਾਂਟਿਕ ਪੋਇਟਰੀ ਦਾ ਇੱਕ ਪਾਰਟ ਹੈ ਰੋਮਾਂਟਿਕ ਆਇਡੈਂਟੀਟੀ ਦਾ ਇੱਕ ਪਾਰਟ ਹੈ ਇਨ ਕਨਕਲੂਜਨ ਐਸ ਟੀ ਕਾਲਰੇਜ is a quintessential romantic poet through his celebration of the imagination, his use of his supernatural, his reverence for nature, and philosophical introspection. His work enriches the romantic canon with the blend of mystery, metaphysics, and lyrical beauty, making him a unique and essential voice in the romantic movement. His poetry continues to captivate readers with its depth, emotion, and visionary power.